ਵਾਹਿਗੁਰੂ ਸਾਹਿਬ ਜੀ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹ। ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵੇਸਾ। ਮੈਂ ਹਰ ਹਰ ਨਾਮ ਧਰ ਸੋਇ, ਜਿਉ ਭਾਵੈ ਤਿਉ ਰਾਖ ਮੇਰੇ ਸਾਹਿਬ। ਮੈਂ ਤੁਝ ਬਿਨ ਅਵਰ ਨਾ ਕੋਈ, ਜਿਉ ਭਾਵੈ ਤਿਉ ਰਾਖ ਮੇਰੇ ਸਾਹਿਬ। ਮੈਂ ਤੁਝ ਬਿਨ ਅਵਰ ਨਾ ਕੋਈ। ਚਵਰ ਤਖਤ ਸਿੰਘਾਸਨ ਦੇ ਮਾਲਕ, ਸ਼ਬਦ ਸਰੂਪ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੇ ਸਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਅੱਜ ਦੇ ਇਹਨਾਂ ਹਫ਼ਤਾਵਾਰੀ ਵਿਸ਼ੇਸ਼ ਦੀਵਾਨਾਂ ਦੀ ਹਾਜ਼ਰੀ ਭਰਦਿਆਂ ਹੋਇਆਂ ਛੇਵੇਂ ਪਾਤਸ਼ਾਹ ਪੀਰੀ ਮੀਰੀ ਦੇ ਮਾਲਕ ਸਤਿਗੁਰੂ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਦੇਵ ਜੀ ਦੇ ਗੁਰਤਾ ਗੱਦੀ ਪੁਰਬ ਨੂੰ ਸਮਰਪਿਤ ਸਤਿਗੁਰੂ ਦੀ ਮੁਬਾਰਕ ਸੰਗਤ ਮਾਣਦਿਆਂ ਹੋਇਆਂ ਆਪ ਜੀ ਨੇ ਬੜੇ ਪ੍ਰੇਮ ਸਤਿਕਾਰ ਸਹਿਤ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਦਾ ਲਾਹਾ ਪ੍ਰਾਪਤ ਕੀਤਾ ਹੈ। ਸੋ ਆਓ ਨਿਸ਼ਚਿਤ ਸਮੇਂ ਵਿੱਚ ਰਹਿੰਦਿਆਂ ਹੋਇਆਂ ਗਰੀਬ ਨਵਾਜ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਬਾਰਕ ਬਾਣੀ ਦੇ ਉਪਦੇਸ਼ ਅਤੇ ਛੇਵੇਂ ਪਾਤਸ਼ਾਹ ਮਹਾਰਾਜ ਦੇ ਪਾਵਨ ਜੀਵਨ ਦੇ ਸੰਬੰਧ ਵਿੱਚ ਗੁਰਮਤਿ ਵਿਚਾਰਾਂ ਦੀ ਸਾਂਝ ਬਣਾਉਣ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਦਸਮੇਸ਼ ਜੀ ਦੀ ਬਖਸ਼ੀ ਹੋਈ ਮੁਬਾਰਕ ਫਤਿਹ ਬੁਲੰਦ ਆਵਾਜ਼ ਵਿੱਚ ਸਾਂਝੀ ਕਰੀਏ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਦੀ ਸ਼ਹਾਦਤ ਸਿੱਖ ਇਤਿਹਾਸ, ਪੰਜਾਬ ਦੀ ਸਮੁੱਚੀ ਤਾਰੀਖ ਦੇ ਵਿੱਚ ਤੇ ਭਾਰਤੀ ਤਾਰੀਖ ਵਿੱਚ ਬੜਾ ਅਹਿਮ ਸਥਾਨ ਰੱਖਦੀ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਬਾਬਤ ਆਪਾਂ ਅਗਲੇਰੇ ਦੀਵਾਨਾਂ ਵਿੱਚ ਸਤਿਗੁਰੂ ਦੇ ਜੀਵਨ ਅਤੇ ਸ਼ਹੀਦੀ ਦੇ ਸੰਬੰਧ ਵਿੱਚ ਵਿਚਾਰ ਸਾਂਝਿਆਂ ਕਰਨ ਦਾ ਵੱਖਰੇ ਤੌਰ ਉੱਤੇ ਯਤਨ ਕਰਾਂਗੇ। ਫਿਲਹਾਲ ਆਪਾਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਔਰ ਮਹਾਰਾਜ ਦੇ ਪਰਉਪਕਾਰਾਂ ਦੇ ਸੰਬੰਧ ਵਿੱਚ ਸਤਿਗੁਰੂ ਦੀ ਸ਼ੋਭਾ ਵਿੱਚ ਹੀ ਆਪਣੇ ਵਿਚਾਰਾਂ ਨੂੰ ਮਹਦੂਦ ਰੱਖਾਂਗੇ, ਸੀਮਤ ਰੱਖਾਂਗੇ। ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਗ੍ਰਿਫਤਾਰ ਕਰਨ ਵਾਸਤੇ ਸ਼ੇਖ ਫਰੀਦ ਬੁਖਾਰੀ ਉਰਫ ਮੁਰਤਜ਼ਾ ਖਾਨ ਦਾ ਖਿਤਾਬ, ਜਿਸ ਨੂੰ ਜਹਾਂਗੀਰ ਨੇ ਦਿੱਤਾ, 6000 ਮਨਸਬਦਾਰ ਨਿਯੁਕਤ ਕੀਤਾ। ਇਹ ਬੜਾ ਵੱਡਾ ਮੁਗਲ ਦਰਬਾਰ ਦਾ ਖਿਤਾਬ ਹੁੰਦਾ ਸੀ। ਇਸ ਨੂੰ ਲਾਹੌਰ ਤੋਂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਗ੍ਰਿਫਤਾਰ ਕਰਨ ਵਾਸਤੇ ਭੇਜਿਆ ਗਿਆ। ਇਹ 26 ਮਈ, ਕਿਉਂਕਿ ਦੋ ਤਰ੍ਹਾਂ ਦੇ ਕੈਲੰਡਰ ਸਾਡੇ ਚੱਲਦੇ ਨੇ। ਪਹਿਲਾਂ ਜੂਲੀਅਨ ਕੈਲੰਡਰ ਚੱਲਦਾ ਸੀ, ਜੂਲੀਅਨ ਸੀਜ਼ਰ ਦੀ ਯਾਦ ਵਿੱਚ। ਫਿਰ ਇਸ ਕੈਲੰਡਰ ਨੂੰ ਬਦਲ ਕੇ ਗ੍ਰੈਗੋਰੀਅਨ ਕੈਲੰਡਰ ਕਰ ਦਿੱਤਾ ਗਿਆ। ਆਪਣੇ ਘਰਾਂ 'ਚ ਆਮ ਜਿਹੜੇ ਕੈਲੰਡਰ ਲੱਗਦੇ ਨੇ ਇਹ ਹੁਣ ਗ੍ਰੈਗੋਰੀਅਨ ਕੈਲੰਡਰ ਨੇ। ਉਸ ਤੋਂ 14, 15, 16 ਦਿਨ ਜਿਹੜੇ ਨੇ ਉਹ ਦਿਨ ਟਪਾ ਕੇ ਤੇ ਇੱਕੇਦਮ ਹੀ ਦੁਨੀਆ ਭਰ ਦਾ ਕੈਲੰਡਰ ਬਦਲ ਦਿੱਤਾ ਗਿਆ ਸੀ। ਖੈਰ, ਮੈਂ ਉਸ ਪਾਸੇ ਨਾ ਜਾਵਾਂ। ਜੂਲੀਅਨ ਕੈਲੰਡਰ ਦੀ ਤਾਰੀਖ ਉਸ ਦਿਨ 26 ਤਰੀਕ ਸੀ, ਜਿਸ ਦਿਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਗ੍ਰਿਫਤਾਰ ਕਰਨ ਵਾਸਤੇ ਅੰਮ੍ਰਿਤਸਰ ਇੱਕ ਫੌਜੀ ਕਾਫਲੇ ਦੇ ਨਾਲ
ਸ਼ੇਖ ਫਰੀਦ ਬੁਖਾਰੀ ਮੁਰਤਜ਼ਾ ਖਾਨ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚਦਾ। ਇਸ ਤੋਂ ਪਹਿਲਾਂ ਜਹਾਂਗੀਰ ਕਿਉਂਕਿ ਖੁਦ ਇਸ ਵੇਲੇ ਲਾਹੌਰ ਵਿੱਚ ਸੀ, ਲਾਹੌਰ ਤੋਂ ਗੁਰੂ ਮਹਾਰਾਜ ਨੂੰ ਇੱਕ ਅਨਸੋਏ ਖਬਰ ਮਿਲ ਗਈ ਸੀ ਕਿ ਸਰਕਾਰੀ ਤੌਰ ਉੱਤੇ ਅਤੇ ਉਹ ਸਾਰੀਆਂ ਧਿਰਾਂ ਰਲ ਕੇ ਐਸੇ ਮਨਸੂਬੇ ਤੇ ਸਾਜ਼ਿਸ਼ਾਂ ਘੜ ਰਹੀਆਂ ਨੇ ਜਿੱਥੇ ਆਉਣ ਵਾਲਾ ਵਕਤ ਸੁਖਾਵਾਂ ਨਹੀਂ ਹੋਵੇਗਾ। ਦੂਰ ਅੰਦੇਸ਼ ਆਗੂ ਸਮੇਂ ਦੀ ਨਜ਼ਾਕਤ ਨੂੰ ਸਮਝਣ ਦਾ ਪਹਿਲ ਤੋਂ ਯਤਨ ਕਰਦੇ ਨੇ। ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਮੁਖੀ ਸਿੱਖਾਂ ਨੂੰ ਬੁਲਾਇਆ, ਆਲੇ ਦੁਆਲੇ ਦੀ ਸੰਗਤ ਨੂੰ ਇਕੱਤਰ ਕੀਤਾ ਤੇ ਪਾਤਸ਼ਾਹ ਮਹਾਰਾਜ ਨੇ ਆਪਣੇ ਇਕਲੌਤੇ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜੋਤ ਅਤੇ ਜੁਗਤ ਦੀ ਜ਼ਿੰਮੇਵਾਰੀ ਭਾਵ ਜਿਸ ਨੂੰ ਆਪਾਂ ਸੰਖੇਪ ਸ਼ਬਦ ਵਿੱਚ ਗੁਰਤਾ ਗੱਦੀ ਆਖਦੇ ਹਾਂ, ਮਹਾਰਾਜ ਨੇ ਬਖਸ਼ ਦਿੱਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕੁਝ ਜ਼ਰੂਰੀ ਨੁਕਤੇ ਜਿਹੜੇ ਸਨ ਸਮੇਂ ਦੇ ਹਾਲਾਤ ਮੁਤਾਬਕ ਦੱਸੇ ਗਏ। ਇਉਂ ਮਹਾਰਾਜ ਨੇ ਆਪਣੀ ਥਾਵੇਂ ਨਿਯੁਕਤੀ ਜਿਹੜੀ ਸੀ ਉਹ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਮਹਾਰਾਜ ਦੀ ਕਰਕੇ ਉਹਨਾਂ ਨੂੰ ਗੁਰੂ ਪਦਵੀ ਦੇ ਉੱਤੇ ਸੁਸ਼ੋਭਿਤ ਕਰ ਦਿੱਤਾ, ਜਿਨ੍ਹਾਂ ਨੂੰ ਆਪਾਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਮ ਨਾਲ ਯਾਦ ਕਰਦੇ ਹਾਂ। ਇਸ ਤੋਂ ਬਾਅਦ ਮਹਾਰਾਜ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਜਾਇਆ ਜਾਂਦਾ ਹੈ, ਜਿੱਥੇ ਤਕਰੀਬਨ 5 ਦਿਨ ਮਹਾਰਾਜ ਪਾਤਸ਼ਾਹ ਨੂੰ ਚੰਦੂ ਦੀ ਹਵੇਲੀ ਵਿੱਚ ਘੋਰ ਘਣੇ ਤਸੀਹੇ ਦਿੱਤੇ ਜਾਂਦੇ ਨੇ, ਉਹਨਾਂ 'ਤੇ ਜ਼ੁਲਮ ਕੀਤਾ ਜਾਂਦਾ ਹੈ। ਸਤਿਗੁਰੂ ਮਹਾਰਾਜ ਦੀ ਸ਼ਹਾਦਤ ਹੋ ਜਾਂਦੀ ਹੈ। ਇਸ ਤੋਂ ਬਾਅਦ ਸਮੁੱਚੀ ਜ਼ਿੰਮੇਵਾਰੀ ਤੇ ਵਾਗਡੋਰ ਜਿਹੜੀ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਸਿੱਖ ਪੰਥ ਤੇ ਸਮਾਜ ਦੀ ਮਨੁੱਖਤਾ ਦੀ ਅਗਵਾਈ ਕਰਦੇ ਨੇ। ਜਿਹੜਾ ਮੈਂ ਮੁੱਖ ਨੁਕਤਾ ਤੁਹਾਡੇ ਨਾਲ ਸਾਂਝਾ ਕਰਨਾ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੇ ਬਾਕਮਾਲ ਸ਼ਬਦ 6ਵੇਂ ਪਾਤਸ਼ਾਹ ਦੀ ਉਸਤਤ ਤੇ ਸ਼ੋਭਾ ਦੇ ਵਿੱਚ ਵਰਤੇ ਨੇ। ਉਹ ਆਪਣੀ ਪਹਿਲੀ ਵਾਰ ਵਿੱਚ ਲਿਖਦੇ ਨੇ, 5 ਪਿਆਲੇ 5 ਪੀਰ 6ਠਮ ਪੀਰ ਬੈਠਾ ਗੁਰ ਭਾਰੀ। ਇਸ ਤੋਂ ਪਹਿਲਾਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਕੀਤਾ ਹੈ ਪਹਿਲੀਆਂ ਵਾਰਾਂ 'ਚ, ਪੌੜੀਆਂ 'ਚ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ ਸਾਹਿਬ ਤੇ ਗੁਰੂ ਅਰਜਨ ਸਾਹਿਬ ਦਾ ਜ਼ਿਕਰ ਕੀਤਾ। ਫਿਰ ਉਹ 6ਵੇਂ ਪਾਤਸ਼ਾਹ ਦਾ ਜ਼ਿਕਰ ਕਰਦੇ ਹਨ ਤੇ 6ਵੇਂ ਪਾਤਸ਼ਾਹ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਇਹ ਸ਼ਬਦ ਬੜੇ ਬਾਕਮਾਲ ਵਰਤੇ ਜਿਨ੍ਹਾਂ ਦਾ ਭਾਵ ਸਮਝਣ ਦੀ ਸਾਡੇ ਲਈ ਲੋੜ ਹੈ, ਕਿਉਂਕਿ ਭਾਈ ਗੁਰਦਾਸ ਜੀ ਮਹਿਜ਼ ਕੇਵਲ ਕਵੀ ਨਹੀਂ ਸਨ, ਕਵੀ ਦੇ ਨਾਲ ਨਾਲ ਉਹ ਸਭ ਤੋਂ ਪਹਿਲਾਂ ਸਿੱਖ ਜਜ਼ਬਾਤਾਂ ਵਾਲੇ ਵਿਸ਼ੇਸ਼ ਵਿਅਕਤੀ ਸਨ। ਉਹਨਾਂ ਨੇ ਗੁਰੂ ਨੂੰ ਨੇੜੇ ਹੋ ਕੇ ਵੇਖਿਆ, ਗੁਰੂ ਨੂੰ ਮਾਣਿਆ, ਗੁਰੂ ਨੂੰ ਜਾਣਿਆ। ਇਹ ਬੜੀ ਜ਼ਰੂਰੀ ਗੱਲ ਹੁੰਦੀ ਹੈ ਕਿ ਜਿਸ ਬਾਬਤ ਤੁਸੀਂ ਚੰਗੀ ਤਰ੍ਹਾਂ ਜਾਣਦੇ ਨਾ ਹੋਵੋ ਤੁਸੀਂ ਕੁਝ ਵੀ ਕਹਿ ਦਿਓ। ਹੋ ਸਕਦਾ ਬੰਦਾ ਕਈ ਵਾਰ ਫੋਕੀ ਵਡਿਆਈ ਲਈ ਵੀ ਸ਼ਬਦ ਕਹਿ ਦਿੰਦਾ ਤੇ ਕਈ ਵਾਰ ਐਵੇਂ ਸੁਣੀ ਸੁਣਾਈ ਗੱਲ ਦੇ ਆਧਾਰ 'ਤੇ ਵੀ ਗੱਲ ਕਰ ਦਿੰਦਾ। ਬਹੁਤ ਸਾਰੇ ਕਵੀਆਂ ਨੇ ਬੜਾ ਕੁਝ ਲਿਖਿਆ ਤੇ ਕਿਹਾ, ਪਰ ਭਾਈ ਗੁਰਦਾਸ ਜੀ ਉਹਨਾਂ ਤਮਾਮ ਕਵੀਆਂ ਤੇ ਲੇਖਕਾਂ ਤੋਂ ਬੜੇ ਵੱਖਰੇ ਨੇ। ਉਹ ਇਸ ਕਰਕੇ ਵੱਖਰੇ ਨੇ ਕਿ ਭਾਈ ਗੁਰਦਾਸ ਜੀ ਗੁਰਬਾਣੀ ਦੇ ਵਿਚਾਰ ਤੇ ਗੁਰਬਾਣੀ ਦੀ ਫਿਲਾਸਫੀ, ਗੁਰਬਾਣੀ ਦੇ ਸਿਧਾਂਤ ਨੂੰ ਆਪਣੇ ਜੀਵਨ ਵਿੱਚ ਸਮਝਦੇ ਤੇ ਜੀਂਦੇ ਨੇ। ਉਹਨਾਂ ਨੇ ਗੁਰੂ ਨੂੰ ਜਾਣਿਆ ਬਹੁਤ ਨੇੜਿਓਂ ਹੋ ਕੇ। ਉਹਨਾਂ ਨੇ ਗੁਰਮਤਿ ਗੁਰਬਾਣੀ ਦੀ ਜਿਹੜੀ ਵਿਆਖਿਆ ਆਪਣੀ ਰਚਨਾ ਵਿੱਚ ਕੀਤੀ ਹੈ ਉਸ ਦਾ ਕੋਈ ਤੋੜ, ਕੋਈ ਜਵਾਬ ਅੱਜ ਤੱਕ ਨਹੀਂ। ਇਸੇ ਵਾਸਤੇ ਸਾਡੇ ਪੁਰਾਣੇ ਬਜ਼ੁਰਗ ਖਾਸ ਤੌਰ 'ਤੇ ਗੁਰਬਾਣੀ ਤੇ ਗੁਰਮਤਿ ਸਮਝਾਉਣ ਤੇ ਪੜ੍ਹਾਉਣ ਵਾਲੇ ਇਹ ਉਚੇਚਾ ਆਗਿਆ ਕਰਿਆ ਕਰਦੇ ਸਨ, ਪ੍ਰੇਰਣਾ ਕਰਿਆ ਕਰਦੇ ਸਨ ਵੀ ਗੁਰਬਾਣੀ ਨੂੰ ਪੜ੍ਹੋ, ਗੁਰਬਾਣੀ ਦੇ ਨਾਲ ਨਾਲ ਇਸ ਦੀ ਵਿਆਖਿਆ ਪ੍ਰਣਾਲੀ ਭਾਈ ਗੁਰਦਾਸ ਜੀ ਨੂੰ ਜ਼ਰੂਰ ਪੜ੍ਹੋ। ਪਰ ਖਿਮਾ ਕਰਨਾ, ਅੱਜ ਦੇ ਯੁੱਗ ਵਿੱਚ ਤਾਂ ਅਸੀਂ ਪੜ੍ਹਨਾ ਬਿਲਕੁਲ ਹੀ ਛੱਡ ਦਿੱਤਾ ਹੈ। ਖਾਸ ਤੌਰ 'ਤੇ ਜਿਹੜਾ ਕੌਮ ਤੇ ਧਰਮ ਦੇ ਸੰਬੰਧ ਵਿੱਚ ਲਿਟਰੇਚਰ ਹੈ ਉਹ ਤਾਂ ਤਕਰੀਬਨ ਸਾਡੇ ਘਰਾਂ ਵਿੱਚ ਹੈ ਹੀ ਨਹੀਂ। ਜੇ ਮੈਂ ਇਹ ਕਹਿ ਲਵਾਂ ਵੀ 99% ਲੋਕਾਂ ਦੇ ਘਰ ਵਿੱਚ ਗੁਰਮਤ ਨਾਲ ਸੰਬੰਧਿਤ ਸਾਹਿਤ ਲਈ ਥਾਂ ਹੀ ਨਹੀਂ ਹੁੰਦੀ ਤੇ ਕੋਈ ਕਥਾ ਜਾਂ ਕੋਈ ਗਲਤ ਸ਼ਬਦ ਜਾਂ ਗਲਤ ਅਲਫਾਜ਼ ਨਹੀਂ ਹਨ। ਤੁਸੀਂ ਵੇਖੋ, ਮੈਂ ਹੈਰਾਨ ਹੁੰਨਾ, ਅਸੀਂ ਆਪਣੇ ਘਰ ਨੂੰ ਸਜਾਉਂਦੇ ਹਾਂ ਤੇ ਉੱਥੇ ਲਿਆ ਕੇ ਅਸੀਂ ਖਿਡੌਣੇ, ਟੋਇਸ, ਹੋਰ ਐਸੀਆਂ ਚੀਜ਼ਾਂ ਜਿਨ੍ਹਾਂ ਦਾ ਬੜੀਆਂ ਡਰਾਉਣੀਆਂ ਚੀਜ਼ਾਂ ਵੀ ਕਈ ਵਾਰ ਅਸੀਂ ਆਪਣੇ ਘਰਾਂ ਦੀਆਂ ਕੰਧਾਂ 'ਤੇ ਟੰਗ ਲਈਆਂ ਕਿ ਕੰਧ ਖਾਲੀ ਹੈ, ਚਲੋ ਆਹ ਚੀਜ਼ ਲਾ ਲਓ, ਆਹ ਲਾ ਲਓ। ਪਰ ਕਿੱਡੀ ਵਿਡੰਬਣਾ ਹੈ ਸਾਡੀ। ਜੇ ਆਵੇ ਨਾ ਗੱਲ ਵੀ ਗੁਰਬਾਣੀ ਦੀ ਪੋਥੀ ਤੇ ਕਹਿਣਗੇ ਜੀ ਸਾਨੂੰ ਫ੍ਰੀ ਕਿੱਥੋਂ ਮਿਲ ਸਕਦੀ ਹੈ।
जे गल आवे इतिहास की पुस्तक की तो फिर असी किसी ना किसी कमेटी नूं दोष देंगे। वेखो जी, कमेटी ने बाणी की पोथी फ्री नहीं वंडी। मैं कई बार हैरान हुन्ना भी जदों साडी धी ते पुੱਤ ਦਾ ਵਿਆਹ ਹੁੰਦਾ है उदों असी संगीत का प्रबंध करते हैं, ਉਹਦੇ ਲਈ ਕਿਹੜੀ कमेटी पैसे देती है? ਮਹਿੰਗੀਆਂ ਮਹਿੰਗੀਆਂ ਸ਼ਰਾਬਾਂ ਲੈ ਕੇ ਆਉਂਦੇ, ਉਹਦੇ ਲਈ ਕਿਹੜੀ ਕਮੇਟੀ ਸਾਡੇ ਲਈ ਸਹਾਇਤਾ ਫੰਡ ਦਿੰਦੀ ਹੈ? ਜਦੋਂ ਧਰਮ ਤੇ ਕੌਮੀਅਤ ਦੀ ਗੱਲ ਆਉਂਦੀ ਹੈ, ਅਸੀਂ ਜ਼ਿੰਮੇਵਾਰੀ ਆਪ ਨਹੀਂ ਲੈਂਦੇ, ਦੂਜਿਆਂ ਦੇ ਮੋਢਿਆਂ ਤੇ ਸੁੱਟਦੇ ਹਾਂ ਕਿ ਕੋਈ ਸਾਡੇ ਲਈ ਬਾਣੀ ਦੀ ਪੋਥੀ ਵੀ ਲਿਆਵੇ ਤੇ ਫਿਰ ਪੜ੍ਹੇ ਵੀ ਕੋਈ। ਤੇ ਸਾਡੀ ਤੇ ਇਹ ਮਨੋ ਅਵਸਥਾ ਹੋ ਗਈ ਵੀ ਜੇ ਸਾਡਾ ਕੋਈ ਬਜ਼ੁਰਗ ਕਿਤੇ ਪੜ੍ਹਦਾ ਹੈ ਨਾ ਬਾਣੀ ਤੇ ਉਹ ਚਲਾਣਾ ਕਰ ਜਾਏ, ਬਾਪੂ ਦੇ ਛਾਪਾ ਛੱਲੇ ਤਾਂ ਅਸੀਂ ਲਾ ਲੈਨੇ ਤੇ ਪੋਥੀਆਂ ਭਾਜੀ ਨੂੰ ਦੇ ਆਉਂਦੇ ਆ ਗੁਰਦੁਆਰੇ ਵੀ ਤੂੰ ਹੀ ਪੜ੍ਹ ਲਈ। ਉਹ ਇੰਨਾ ਜੇਰਾ ਨਹੀਂ ਪੈਂਦਾ ਵੀ ਉਹ ਵੀ ਅਸੀਂ ਘਰ 'ਚ ਰੱਖ ਲਈਏ ਵੀ ਇਹ ਵੀ ਸਾਡੀ ਬਜ਼ੁਰਗਾਂ ਦੀ ਦੌਲਤ ਹੈ ਜਿਹੜੀ ਉਹਨਾਂ ਨੇ ਪੜ੍ਹੀ ਹੈ, ਤੇ ਅਸੀਂ ਵੀ ਗਾਏ ਬਗਾਏ ਇਸ ਨੂੰ ਪੜ੍ਹਨ ਦਾ ਯਤਨ ਕਰੀਏ। ਅਸੀਂ ਅੰਦਰੋਂ ਇੰਨੇ ਖੋਖਲੇ ਹੋ ਗਏ, ਸਾਡੇ ਬਾਹਰ ਕੇਵਲ ਸੱਜ ਤੱਜ ਹੈ, ਵਿਖਾਵੇਬਾਜ਼ੀ ਹੈ। ਭਾਈ ਗੁਰਦਾਸ ਇੱਕ ਐਸੇ ਰਚਨਾਕਾਰ ਨੇ ਜਿਨ੍ਹਾਂ ਨੇ ਗੁਰਬਾਣੀ ਦੀ ਵਿਆਖਿਆ ਕੀਤੀ ਹੈ, ਜਿਨ੍ਹਾਂ ਨੇ ਤਾਰੀਖ ਨੂੰ ਸਿੱਕੇਬੰਦ ਕੀਤਾ ਹੈ, ਜਿਨ੍ਹਾਂ ਨੇ ਗੁਰਮਤ ਦੀ ਰਹਿਣੀ ਤੇ ਸਿੱਖੀ ਦੇ ਸੰਕਲਪਾਂ ਨੂੰ ਐਕਸਪਲੇਨ ਕੀਤਾ ਹੈ ਆਪਣੀ ਰਚਨਾ 'ਚ। ਪੜ੍ਹੀਏ ਐਸੇ ਗੁਰਮੁਖਾਂ ਨੂੰ। ਭਾਈ ਗੁਰਦਾਸ ਜੀ ਨੇ ਸ਼ਬਦ ਵਰਤਿਆ 5 ਪਿਆਲੇ। ਕਿਹੜੇ 5 ਪਿਆਲੇ? ਦਇਆ, ਧਰਮ, ਸਤ, ਸੰਤੋਖ ਤੇ ਸਬਰ। ਇਹਦਾ ਭਾਵ ਹੁੰਦਾ ਦੈਵੀ ਆਤਮਿਕ ਗੁਣ। ਉਹ ਗੁਣ ਜਿਹੜੇ ਗੁਰਮਤ ਨੂੰ ਕਮਾ ਕੇ ਜਾਂ ਧਰਮ ਦੇ ਮਾਰਗ ਦੇ ਉੱਤੇ ਚੱਲ ਕੇ ਤੁਹਾਡੀ ਆਤਮਾ ਵਿੱਚ, ਤੁਹਾਡੀ ਸੁਰਤ ਵਿੱਚ ਵਸ ਜਾਣੇ ਹਨ। ਭਾਵ ਸਮੁੱਚੇ ਦੈਵੀ ਗੁਣ ਜਿਹੜੇ ਨੇ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਅਸਲ ਦੌਲਤ ਹੈ। 5 ਪਿਆਲੇ, 5 ਪੀਰ, ਛਠਮ ਪੀਰ ਬੈਠਾ ਗੁਰ ਭਾਰੀ। 5 ਪੀਰ ਕਿਹੜੇ ਨੇ? ਗੁਰੂ ਨਾਨਕ ਮਹਾਰਾਜ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਤੱਕ, ਉਹਨਾਂ ਦੇ ਪਿਛੋਕੜ ਵਿੱਚ ਉਹਨਾਂ ਦੇ ਮਹਾਨ ਬਜ਼ੁਰਗ ਜਿਨ੍ਹਾਂ ਦੀ ਪਦਵੀ ਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੁਸ਼ੋਭਿਤ ਹੋਏ। ਤੇ ਸ਼ਬਦ ਵਰਤਿਆ ਛਠਮ ਪੀਰ ਬੈਠਾ ਗੁਰ ਭਾਰੀ। 6ਵੀਂ ਜਗ੍ਹਾ ਦੇ ਉੱਤੇ ਪੀਰ ਸ਼ਬਦ ਜਿਹੜਾ ਨਾ, ਪੀਰ ਰੂਹਾਨੀ ਤੇ ਅਧਿਆਤਮਕ ਸੱਤਾ ਤੇ ਪਹੁੰਚ ਦੇ ਮਾਲਕ ਨੂੰ ਕਿਹਾ ਜਾਂਦਾ ਹੈ। ਚੇਤੇ 'ਚ ਰੱਖੋ, ਪੀਰ ਦਾ ਮਤਲਬ ਹੁੰਦਾ ਹੈ, ਹੁਣ ਤਾਂ ਅਸੀਂ ਹੋਰ ਪੀਰਾਂ ਦੇ ਚੱਕਰਾਂ 'ਚ ਪੈ ਗਏ ਨਾ, ਉਹ ਪੀਰਾਂ ਦੇ ਚੱਕਰਾਂ ਵਿੱਚ ਜਿਨ੍ਹਾਂ ਦੇ ਅਸੀਂ ਪਏ ਉਹਨਾਂ ਦਾ ਜ਼ਿਕਰ ਨਹੀਂ ਕਰ ਰਿਹਾ ਭਾਈ ਗੁਰਦਾਸ। ਇੱਥੇ ਛਠਮ ਪੀਰ ਦਾ ਮਤਲਬ ਹੈ ਆਤਮਿਕ ਉਚਾਈ ਰੱਖਣ ਵਾਲਾ, ਜਿਹੜਾ ਅਧਿਆਤਮਕ ਤੇ ਆਤਮਿਕ ਸੰਸਾਰ ਦੇ ਵਿੱਚ ਬਹੁਤ ਉੱਚੀ ਮਨੋ ਅਵਸਥਾ ਦਾ ਮਾਲਕ ਹੈ, ਉੱਚੀ ਸੁਰਤ ਦਾ ਮਾਲਕ, ਉਹ ਪੀਰ। ਭਾਈ ਸਾਹਿਬ ਲਿਖਦੇ ਨੇ ਛਠਮ 6ਵੀਂ ਜਗ੍ਹਾ ਤੇ 6ਵਾਂ ਪੀਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੜਾ ਭਾਰੀ ਗੌਰਵਸ਼ਾਲੀ ਹੋ ਕੇ ਬਿਰਾਜਮਾਨ ਹੈ। ਤੇ ਫਿਰ ਅਗਲਾ ਲਕਬ ਉਹਨਾਂ ਕੀ ਵਰਤਿਆ? ਕਹਿੰਦੇ ਨੇ ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ। ਗੁਰੂ ਅਰਜਨ ਸਾਹਿਬ ਮਹਾਰਾਜ ਨੇ ਮਾਨੋ ਆਪਣੀ ਕਾਇਆ ਪਟ ਲਈ, ਸਰੀਰ ਦਾ ਫਰਕ ਪੈ ਗਿਆ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਰੂਪ ਵਿੱਚ ਬਿਰਾਜਮਾਨ ਹੋ ਗਏ। ਸਰੀਰ ਦਾ ਫਰਕ ਹੈ, ਆਸ਼ੇ ਦਾ ਫਰਕ ਨਹੀਂ, ਆਦਰਸ਼ਾਂ ਦਾ ਫਰਕ ਨਹੀਂ, ਸੁਰਤ ਦਾ ਫਰਕ ਨਹੀਂ, ਕਰਮ ਦਾ ਫਰਕ ਨਹੀਂ। ਫਿਰ ਅੱਗੇ ਲਫ਼ਜ਼ ਵਰਤਦੇ ਨੇ, ਇੱਕ ਬੜੀ ਬਾਕਮਾਲ ਉਹਨਾਂ ਨੇ ਗੱਲ ਕਹੀ। ਕਹਿਣ ਲੱਗੇ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਰੀਰ ਬਦਲ ਲਿਆ, ਸਮਝੋ ਭਾਵ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਅਰਜਨ ਸਾਹਿਬ ਦੇ ਵਿੱਚ ਕੋਈ ਬੁਨਿਆਦੀ ਫਰਕ ਨਹੀਂ ਹੈ। ਆਸ਼ਾ ਇੱਕੋ ਹੈ, ਆਦਰਸ਼ ਇੱਕੋ ਹੈ, ਮੰਜ਼ਿਲ ਇੱਕੋ ਹੈ, ਵਿਚਾਰਧਾਰਾ ਇੱਕੋ ਹੈ, ਫਿਲਾਸਫੀ ਇੱਕੋ ਹੈ, ਜੀਵਨ ਦਾ ਮਿਆਰ ਇੱਕੋ। ਤਾਂ ਹੀ ਤੇ ਗੁਰੂ ਅਰਜਨ ਸਾਹਿਬ ਨੇ ਆਪਣੀ ਥਾਂ ਉਹਨਾਂ ਨੂੰ ਚੁਣਿਆ। ਫਿਰ ਉਹ ਜਿਹੜਾ ਸ਼ਬਦ ਵਰਤਦੇ ਨੇ ਉਹ ਕਹਿੰਦੇ ਨੇ ਵੀ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰਉਪਕਾਰੀ। ਦਲ ਭੰਜਨ ਦਾ ਮਤਲਬ ਹੁੰਦਾ ਵੀ ਵੈਰੀਆਂ ਦੇ ਦਲਾਂ ਨੂੰ ਖਿੰਡਾ ਦੇਣ ਵਾਲਾ। ਜਿਸ ਅੰਦਰ ਬਹਾਦਰੀ ਤੇ ਸੂਰਮਤਾਈ ਦੇ ਮਹਾਨ ਆਦਰਸ਼ਕ ਗੁਣ ਨੇ। ਦਲ ਭੰਜਨ ਗੁਰ ਸੂਰਮਾ, ਗੁਰੂ ਵੱਡਾ ਸੂਰਮਾ ਹੈ, ਬਹਾਦਰ ਹੈ। ਵੱਡ ਯੋਧਾ, ਉਹ ਬੜਾ ਮਹਾਨ ਯੋਧਾ ਹੈ। ਔਰ ਸਭ ਤੋਂ ਅਖੀਰ ਤੇ ਸ਼ਬਦ ਵਰਤਿਆ ਪਰਉਪਕਾਰੀ। ਪਰਉਪਕਾਰ ਦਾ ਮਤਲਬ ਹੁੰਦਾ ਹੈ ਦੂਜਿਆਂ ਦੇ ਹਿੱਤ ਜੀਣ ਵਾਲਾ, ਦੂਜਿਆਂ ਦੇ ਭਲੇ ਲਈ ਕਰਮ ਕਰਨ ਵਾਲਾ। ਦੁਨੀਆ ਦੀ ਤਾਰੀਖ ਨੂੰ ਪੜ੍ਹੀਏ, ਬੜੇ ਵੱਡੇ ਵੱਡੇ ਯੋਧੇ ਇਤਿਹਾਸ ਦੇ ਪੰਨਿਆਂ ਦੇ ਉੱਤੇ ਉਹਨਾਂ ਦੇ ਨਾਂ ਅੰਕਿਤ ਨੇ। ਬੜੇ ਸੂਰਮੇ, ਬੜੇ ਯੋਧੇ
ਜਿੱਧਰ ਦੀ ਗੁਜ਼ਰਦੇ ਗਏ ਵੱਡੀਆਂ ਵੱਡੀਆਂ ਬਿਲਡਿੰਗਾਂ ਨੂੰ ਖਾਕਸਾਰ ਕਰ ਦੇਗਾ। ਜਿੰਨੀਆਂ ਉਹਨਾਂ ਨੇ ਜੰਗਾਂ ਲੜੀਆਂ, ਤਬਾਹੀਆਂ ਮਚਾ ਛੱਡੀਆਂ। ਵੱਡੀਆਂ ਵੱਡੀਆਂ ਸਲਤਨਤਾਂ ਨੂੰ ਮੂਧੇ ਮੂੰਹ ਪਾ ਕੇ ਉਹਨਾਂ ਨੇ ਆਪਣੇ ਨਵੇਂ ਅੰਪਾਇਰ, ਨਵੀਆਂ ਸਲਤਨਤਾਂ, ਬੜੇ ਸਾਮਰਾਜ ਖੜੇ ਕਰ ਲਏ। ਉਹਨਾਂ ਦੀਆਂ ਸਲਤਨਤਾਂ, ਉਹਨਾਂ ਦੇ ਸਾਮਰਾਜ ਦੀ ਰੱਖੀ ਹੋਈ ਬੁਨਿਆਦ ਕਈ 100 ਸਾਲ ਕੱਢ ਜਾਂਦੀ ਰਹੀ। ਕਿੰਨੇ ਕੁ ਬੰਦਿਆਂ ਦਾ ਜ਼ਿਕਰ ਕੀਤਾ ਜਾਏ। ਸੂਰਮੇ ਇਤਿਹਾਸ ਦੇ ਪੰਨਿਆਂ ਤੇ ਕੋਈ ਘੱਟ ਨਹੀਂ ਹੋਏ, ਬਹੁਤ ਹੋਏ, ਜਿਨ੍ਹਾਂ ਦੀ ਤੇਗਜ਼ਨੀ, ਜਿਨ੍ਹਾਂ ਦੀ ਤਲਵਾਰ, ਜਿਨ੍ਹਾਂ ਦੀ ਬਹਾਦਰੀ ਦੇ ਅੱਜ ਵੀ ਤਾਰੀਖ ਦੇ ਪੰਨਿਆਂ ਦੇ ਉੱਤੇ ਕਿੱਸੇ ਅੰਕਿਤ ਨੇ। ਸਿਕੰਦਰ ਨੂੰ ਮਹਾਨ ਕਿਹਾ ਜਾਂਦਾ, ਕਿਤੇ ਮੁਹੰਮਦ ਗੌਰੀ ਹੈ, ਕਿਤੇ ਮੁਹੰਮਦ ਬਿਨ ਕਾਸਮ ਹੈ, ਕਿਤੇ ਅਬਦਾਲੀਆਂ ਤੇ ਨਾਦਰਾਂ ਦਾ ਮਗਰੋਂ ਜ਼ਿਕਰ ਆਪਾਂ ਪੜ੍ਹਿਆ, ਕਿਤੇ ਚੰਗੇਜ਼ ਖਾਨ ਦੇ ਕਿੱਸੇ ਨੇ, ਕਿਤੇ ਓਟੋਮਾਨ ਸਾਮਰਾਜ ਜਿਹਨੂੰ ਆਪਾਂ ਉਸਮਾਨੀਆ ਸਲਤਨਤ ਆਖਦੇ, ਉਹਨਾਂ ਦਾ ਤੁਸੀਂ ਤਾਰੀਖ ਪੜ੍ਹੋ। ਕਿਧਰੇ ਤੁਸੀਂ ਕਰੂਸੇਡਰ ਜਿਹੜੇ ਨੇ, ਜਿਹੜੇ ਰੋਮਨ ਸਾਮਰਾਜ ਨੂੰ ਪੱਕਿਆਂ ਪੈਰੀਂ ਕਰਦੇ ਨੇ ਔਰ ਈਸਾਈਅਤ ਲਈ ਲੜਦੇ ਨੇ, ਉਹਨਾਂ ਦੇ ਤੁਸੀਂ ਤਾਰੀਖ ਨੂੰ ਪੜ੍ਹ ਕੇ ਵੇਖੋ। ਬਹੁਤ ਕੁਝ ਇਤਿਹਾਸ ਦੇ ਪੰਨਿਆਂ ਦੇ ਉੱਤੇ ਅੰਕਿਤ। ਪਰ ਭਾਈ ਸਾਹਿਬ ਨੇ ਬੜਾ ਸਮਤੋਲ ਲਿਖਿਆ। ਉਹ ਕਹਿੰਦੇ ਨੇ ਵੀ ਜਦੋਂ ਯੋਧਾ ਮੈਦਾਨੇ ਜੰਗ 'ਚ ਜਾਂਦਾ ਹੈ ਨਾ, ਤਾਂ ਉਹਦੇ ਸਾਹਮਣੇ ਇੱਕੋ ਆਸ਼ਾ ਹੁੰਦਾ, ਜਿੱਤ। ਮੈਂ ਜਿੱਤਣਾ, ਤੇ ਜਿੱਤਣ ਵਾਸਤੇ ਉਹ ਆਪਣੀ ਪੂਰੀ ਵਾਹ ਲਾ ਦਿੰਦਾ। ਆਮ ਤੌਰ ਤੇ ਤਲਵਾਰ ਦੇ ਧਨੀ, ਤਾਕਤਵਰ ਤੇ ਯੋਧੇ ਦੇ ਸਾਹਮਣੇ ਆਦਰਸ਼ ਕੇਵਲ ਦਿੱਤਾ ਜਾਂਦਾ ਹੈ ਉਹਨੂੰ, ਉਹ ਉਦਾਹਰਾ ਆਦਰਸ਼ ਹੁੰਦਾ ਹੈ ਜਿੱਤਣਾ। ਉਹਦੇ ਲਈ ਉਹਨੂੰ ਕੁਝ ਵੀ ਕਰਨਾ ਪਏ ਉਹ ਕਰਦਾ ਹੈ। ਦੁਨੀਆ ਵਿੱਚ ਬੜੀਆਂ ਜੰਗਾਂ ਹੋਈਆਂ, ਜਿਹੜੀ ਧਿਰ ਜੰਗ ਹਾਰ ਜਾਂਦੀ ਹੈ ਨਾ, ਉਸ ਨਾਲ ਜਿਹੜੀ ਮਗਰੋਂ ਬੀਤਦੀ ਹੈ ਮੈਦਾਨੇ ਜੰਗ ਤੋਂ ਬਾਅਦ, ਉਹ ਜੰਗ ਦੇ ਮੈਦਾਨ ਨਾਲੋਂ ਵੀ ਕਿਤੇ ਭਿਆਨਕ ਹੁੰਦੀ ਹੈ। ਉਹਨਾਂ ਦੀਆਂ ਔਰਤਾਂ ਦੀ ਬੇਪਤੀ ਹੁੰਦੀ ਹੈ, ਉਹਨਾਂ ਦੇ ਧਰਮ ਅਸਥਾਨ ਮਿੱਟੀ 'ਚ ਮਿਲਾਏ ਜਾਂਦੇ ਨੇ, ਜੇਤੂ ਧਿਰ ਫਿਰ ਇਵੇਂ ਕਰਦੀ ਹੈ। ਉਹਨਾਂ ਦੇ ਬੱਚਿਆਂ ਨੂੰ ਕਤਲ ਕੀਤਾ ਜਾਂਦਾ ਹੈ, ਉਹਨਾਂ ਦੀਆਂ ਸੋਹਣੀਆਂ ਸੋਹਣੀਆਂ ਬਿਲਡਿੰਗਾਂ ਨੂੰ ਤਬਾਹ ਕਰਕੇ, ਖਾਕਸਾਰ ਕਰਕੇ, ਰਾਖ ਤੇ ਸੁਆਹ ਦੇ ਢੇਰਾਂ ਵਿੱਚ ਬਦਲ ਦਿੱਤਾ ਜਾਂਦਾ ਹੈ। ਉਹਨਾਂ ਦੇ ਵਿਦਵਾਨ ਤੇ ਹੁਨਰਮੰਦ ਬੰਦੇ ਜਿਹੜੇ ਨੇ ਜਾਂ ਗੁਲਾਮ ਬਣਾਏ ਜਾਂਦੇ ਨੇ ਤੇ ਜਾਂ ਕਤਲ ਕੀਤੇ ਜਾਂਦੇ ਨੇ। ਉਹਨਾਂ ਦੀਆਂ ਇੱਜ਼ਤਾਂ ਪੈਰਾਂ 'ਚ ਰੋਲੀਆਂ ਜਾਂਦੀਆਂ ਨੇ। ਉਹਨਾਂ ਦੇ ਵੱਡੀਆਂ ਵੱਡੀਆਂ ਲਿਖਤਾਂ, ਗ੍ਰੰਥ ਜਿਹੜੇ ਨੇ, ਉਹਨਾਂ ਨੂੰ ਅੱਗਾਂ ਲਾ ਦਿੱਤੀਆਂ ਜਾਂਦੀਆਂ ਨੇ, ਖੂਹਾਂ 'ਚ ਸੁੱਟ ਦਿੱਤਾ ਜਾਂਦਾ ਹੈ, ਦਰਿਆਵਾਂ 'ਚ ਵਹਾ ਦਿੱਤਾ ਜਾਂਦਾ ਹੈ ਵੀ ਇਹਨਾਂ ਦੀ ਸੱਭਿਅਤਾ ਖਤਮ ਕਰ ਦਿੱਤੀ ਜਾਏ। ਇਹਨਾਂ ਦਾ ਸਮੁੱਚਾ ਕਲਚਰ, ਇਹਨਾਂ ਦਾ ਧਰਮ, ਸਾਰਾ ਕੁਝ ਇਹਨਾਂ ਦਾ ਮਿਟਾ ਕੇ ਰੱਖ ਦਿੱਤਾ ਜਾਏ। ਜੇਤੂ ਧਿਰ ਹਾਰੀ ਹੋਈ ਧਿਰ ਨਾਲ ਹਮੇਸ਼ਾ ਹੀ ਐਸਾ ਸਲੂਕ ਕਰਦੀ, ਦੁਨੀਆ ਦੀ ਤਾਰੀਖ ਇਸ ਗੱਲੋਂ ਗਵਾਹ। ਪਰ ਕਿਸੇ ਵੀ ਸੰਸਾਰ ਦੀ ਜੇਤੂ ਧਿਰ ਨੇ, ਭਾਵੇਂ ਉਹ ਕੋਈ ਵੀ ਹੋਵੇ, ਉਹਨੇ ਅੱਜ ਤੱਕ ਐਸੇ ਕਰੂਰ ਕਰਮ ਕਰਨ ਤੋਂ ਗੁਰੇਜ਼ ਨਹੀਂ ਕੀਤਾ। ਦੁਨੀਆ ਦੀ ਤਾਰੀਖ ਨੂੰ ਪੜ੍ਹ ਕੇ ਵੇਖੋ। ਹਰ ਸੱਭਿਅਤਾ ਚਾਹੁੰਦੀ ਦੂਜੀ ਸੱਭਿਅਤਾ ਮਿਟਾ ਦਿੱਤੀ ਜਾਏ। ਹਰ ਜੇਤੂ ਧਿਰ ਚਾਹੁੰਦੀ ਹੈ ਹਾਰਨ ਵਾਲੀ ਧਿਰ ਨੂੰ ਜਾਂ ਸਾਹਮਣੀ ਦੁਸ਼ਮਣ ਧਿਰ ਨੂੰ ਮਲੀਆ ਮੇਟ ਕਰ ਦੇ, ਵੀ ਉਹਦਾ ਨਾਮੋ ਨਿਸ਼ਾਨ ਹੀ ਇਸ ਸੰਸਾਰ ਤੇ ਨਾ ਰਹੇ। ਔਰ ਫਿਰ ਇੱਕ ਹੋਰ ਗੱਲ ਸਾਂਝੀ ਕਰਾਂ ਵੀ ਜਿਹੜੀ ਧਿਰ ਤੇ ਜਿੱਤ ਜਾਏ ਨਾ, ਲੋਕ ਉਹਦੇ ਸੋਹਲੇ ਗਾਉਣ ਲੱਗ ਜਾਂਦੇ ਨੇ ਵੀ ਇਹ ਤੋਂ ਵੱਡਾ ਮਹਾਨ ਕੋਈ ਨਹੀਂ ਸੰਸਾਰ 'ਚ। ਤੇ ਜਿਹੜੀ ਧਿਰ ਹਾਰ ਜਾਏ ਉਹਦੇ ਨਾਲ ਫਿਰ ਖਲੋਂਦਾ ਵੀ ਕੋਈ ਨਹੀਂ। ਉਹਨਾਂ ਨੂੰ ਫਿਰ ਰਾਖਸ਼ ਬਣਾ ਦਿੱਤਾ ਜਾਂਦਾ ਹੈ, ਉਹਨਾਂ ਨੂੰ ਜ਼ਾਲਮ ਕਰਾਰ ਦਿੱਤਾ ਜਾਂਦਾ ਹੈ, ਕਿਉਂਕਿ ਜੇਤੂਆਂ ਨੇ ਹੀ ਦੇਣਾ ਹੁੰਦਾ, ਜੋ ਵੀ ਕਹਿ ਦੇਣਗੇ ਉਹ ਮੰਨਿਆ ਜਾਣਾ। ਜਿਹੜੇ ਸਿੱਖ 18ਵੀਂ ਸਦੀ ਵਿੱਚ ਮੁਸਲਮਾਨ ਇਤਿਹਾਸਕਾਰਾਂ ਨੂੰ ਲੱਗਦੇ ਸਨ ਵੀ ਲੁਟੇਰੇ ਨੇ, ਖੂੰਖਾਰ ਨੇ, ਕਿਉਂਕਿ ਸਿੱਖ ਇਕੱਲੇ ਲੜਦੇ ਸਨ। ਸਿੱਖ ਲੜਦੇ ਸਨ ਸਮੇਂ ਦੀ ਸਭ ਤੋਂ ਵੱਡੀ ਤਾਕਤ ਦੇ ਨਾਲ, ਮੁਗਲ ਅੰਪਾਇਰ ਦੇ ਨਾਲ। ਭਾਵੇਂ ਉਹ ਹੱਕ ਨਹੀਂ ਸਨ ਕਰਦੇ, ਆਪਣੇ ਪੱਖ, ਆਪਣੀ ਹੋਂਦ ਤੇ ਸੱਚ ਦੇ ਪੱਖ ਤੇ ਖੜ ਕੇ ਪਰਉਪਕਾਰ ਦਾ ਪੱਲਾ ਨਾ ਛੱਡ ਕੇ ਗੁਰੂ ਆਸ਼ੇ ਮੁਤਾਬਕ ਉਹਨਾਂ ਨੇ ਲਹੂ ਵੀਟਵੀਂ ਜੰਗ ਤਕਰੀਬਨ 8 ਦਹਾਕੇ ਲੜੀ। ਪਰ ਇਤਿਹਾਸਕਾਰ ਜਦੋਂ ਕਲਮ ਚਲਾਉਣ ਲੱਗੇ ਤੇ ਉਹਨਾਂ ਨੇ ਤਕੜੇ ਦੇ ਪੱਖ 'ਚ ਹੀ ਭੁਗਤਣਾ ਸੀ। ਉਹਨਾਂ ਨੇ ਗਰੀਬ ਸਿੱਖਾਂ ਦੀ ਸਾਰ ਹੀ ਨਾ ਲਈ। ਉਹੋ ਹੀ ਸਿੱਖ ਜਦੋਂ ਲਾਹੌਰ ਦੇ ਉੱਤੇ ਆਪਣਾ ਨਿਸ਼ਾਨ ਝੁਲਾ ਕੇ ਬਹਿ ਗਏ ਤੇ ਉਹਨਾਂ ਇਤਿਹਾਸਕਾਰਾਂ ਦੀਆਂ ਕਲਮਾਂ ਨੇ ਆਪਣੇ ਰੁੱਖ ਮੋੜ ਲਏ। ਉਹਨਾਂ ਆਖਿਆ ਇਹਨਾਂ ਵਰਗੇ ਤਾਂ ਬੰਦੇ ਹੀ ਸੰਸਾਰ 'ਚ ਨਹੀਂ ਹੋਏ। ਕਲਮਾਂ ਵੀ ਤਾਕਤ ਦੇ ਪਿੱਛੇ ਪਿੱਛੇ, ਕਲਮਾਂ ਤਾਕਤ ਦੇ ਵਹਿਣ ਵੀ ਬਦਲ ਦਿੰਦੀਆਂ ਨੇ, ਤੇ ਤਾਕਤ ਦੀਆਂ ਜੇ ਗੁਲਾਮ ਹੋ ਜਾਣ ਤੇ ਬੜੀ ਛੇਤੀ ਆਪਣਾ ਸੁਭਾਅ ਵੀ ਬਦਲ ਲੈਂਦੀਆਂ ਨੇ। ਤਾਕਤ ਇਸ ਸੰਸਾਰ ਵਿੱਚ ਬੜੀ ਵੱਡੀ ਚੀਜ਼ ਹੈ। ਤਾਕਤਵਰ ਦੀ ਬੋਲੀ ਸਾਨੂੰ ਚੰਗੀ ਲੱਗਦੀ ਹੈ, ਤਾਕਤਵਰ ਦਾ ਪਹਿਰਾਵਾ ਸਾਨੂੰ ਚੰਗਾ ਲੱਗਦਾ, ਭਾਵੇਂ ਲੀਰਾਂ ਹੀ ਹੋਣ।
ਜਿਹੜੀ ਧਿਰ ਨੂੰ ਲੱਗੇ ਨਾ ਵੀ ਮੈਂ ਕਮਜ਼ੋਰ ਹਾਂ, ਉਹ ਆਪਣੀ ਬੋਲੀ ਨਾਲ ਆਪ ਹੀ ਨਫ਼ਰਤ ਕਰਨ ਲੱਗ ਪੈਂਦੀ ਹੈ, ਆਪਣੇ ਪਹਿਰਾਵੇ ਨਾਲ ਨਫ਼ਰਤ ਕਰਨ ਲੱਗ ਪੈਂਦੀ ਹੈ। ਉਹਨੂੰ ਆਪਣੀਆਂ ਰਸਮਾਂ ਰੀਤਾਂ ਪਰੰਪਰਾਵਾਂ ਪ੍ਰਥਾ ਚੰਗੀਆਂ ਨਹੀਂ ਲੱਗਦੀਆਂ, ਉਹਨੂੰ ਲੱਗਦਾ ਅਸੀਂ ਬੈਕਵਰਡ ਹਾਂ। ਇਹ ਉਹਨਾਂ ਦੇ ਦਿਮਾਗ 'ਚ ਪਾਈ ਜਾਂਦੀ ਹੈ ਚੀਜ਼ ਵੀ ਤੁਸੀਂ ਬੈਕਵਰਡ ਹੋ। ਉਹਨਾਂ ਨੂੰ ਲੱਗਦਾ ਸਾਡੀ ਬੋਲੀ ਵੀ ਪਛੜੀ ਹੈ, ਸਾਡਾ ਧਰਮ ਵੀ ਪਛੜਿਆ ਹੈ, ਸਾਡੀ ਫਿਲਾਸਫੀ, ਕਿਉਂਕਿ ਉਹਨਾਂ ਨੂੰ ਉਹਨਾਂ ਦੇ ਦਿਮਾਗ ਵਿੱਚ ਇਹ ਗੱਲਾਂ ਫਿੱਟ ਕਰ ਦਿੱਤੀਆਂ ਜਾਂਦੀਆਂ ਨੇ ਵੀ ਤੁਸੀਂ ਕਮਜ਼ੋਰ ਹੋ, ਅਤੇ ਕਮਜ਼ੋਰਾਂ ਦਾ ਕੱਖ ਵੀ ਚੰਗਾ ਨਹੀਂ ਹੁੰਦਾ। ਉਹ ਫਿਰ ਰੀਸ ਕਰਦੇ ਨੇ ਤਕੜੀਆਂ ਧਿਰਾਂ ਦੀ, ਅਤੇ ਆਪਣਾ ਆਪ ਵੀ ਗਵਾਲ, ਉਹ ਤਾਂ ਉਹਨਾਂ ਤੋਂ ਬਣਿਆ ਨਹੀਂ ਜਾਂਦਾ ਅਤੇ ਪੱਲੇ ਕੱਖ ਉਹ ਰਹਿਣ ਨਹੀਂ ਦਿੰਦੇ ਆਪਣੇ ਆਪ ਦੇ। ਇਹਨੂੰ ਕਹਿੰਦੇ ਨੇ ਉਰਦੂ ਵਿੱਚ ਅਹਿਸਾਸੇ ਕਮਤਰੀ ਢਹਿੰਦੀ ਕਲਾ। ਤੁਹਾਡੇ ਅਹਿਸਾਸ ਨੀਵੇਂ। ਬੰਦਾ, ਕੌਮ ਬੰਦਿਆਂ ਨਾਲ ਨਹੀਂ ਮਰਦੀ, ਕੌਮ ਉਦੋਂ ਮਰਦੀ ਹੈ ਜਦੋਂ ਉਹਦੇ ਅਹਿਸਾਸ ਮਰ ਜਾਣ, ਉਹਦਾ ਪ੍ਰਾਊਡ ਖਤਮ ਹੋ ਜਾਏ, ਉਹਨੂੰ ਆਪਣੇ ਆਪ 'ਤੇ ਮਾਣ ਨਾ ਰਵੇ। ਉਸ ਵੇਲੇ ਸਮਝੋ ਵੀ ਉਹ ਆਤਮਕ ਮੌਤ 'ਤੇ ਮਰਨ ਜਾ ਰਹੀ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਯੋਧਾ ਕਿਹਾ, ਇਸ ਵਿੱਚ ਕੋਈ ਦੋ ਰਾਏ ਨਹੀਂ। ਸਤਿਗੁਰੂ ਤਲਵਾਰ ਦੇ ਧਨੀ ਨੇ, ਘੋੜ ਸਵਾਰੀ ਦੇ ਧਨੀ ਨੇ। ਉਹ ਐਸੇ ਜਰਨੈਲ ਨੇ, ਉਹਨਾਂ ਨੇ ਜਿੰਨੀਆਂ ਜੰਗਾਂ ਲੜੀਆਂ ਜਿੱਤੀਆਂ, ਔਰ ਸਮੇਂ ਦੀ ਸਭ ਤੋਂ ਵੱਡੀ ਸਲਤਨਤ ਨਾਲ ਉਹਨਾਂ ਨੇ ਜੰਗ ਲੜੀ। ਉਹਨਾਂ ਦੇ ਹਜ਼ੂਰ ਕਿੱਡੇ ਵੱਡੇ ਵੱਡੇ ਸੂਰਮੇ ਸਨ, ਜਿਹੜੇ ਗੁਰੂ ਪਾਤਸ਼ਾਹ ਦੇ ਹੱਥੋਂ ਸਿੱਖਿਅਤ ਹੋਏ ਸਨ, ਮਹਾਰਾਜ ਦੇ ਸਿੱਖਿਆਰਥੀ ਤੇ ਵਿਦਿਆਰਥੀ ਰਹੇ ਸਨ। ਪਰ ਖਿਆਲ ਰੱਖਿਓ, ਅਗਲਾ ਲਕਬ ਜਿਹੜਾ ਸ਼ਬਦ ਜਿਹੜਾ ਵਰਤਿਆ ਉਹ ਹੈ ਪਰਉਪਕਾਰੀ। ਯੋਧਿਆਂ ਦੇ ਉੱਤੇ ਇਹ ਕਾਨੂੰਨ ਆਇਦ ਨਹੀਂ ਹੁੰਦੇ ਵੀ ਉਹ ਤਲਵਾਰ ਚਲਾਉਂਦਿਆਂ ਧਰਮ ਦਾ ਪਾਲਣ ਵੀ ਕਰਨ। ਅੱਜ ਦੇ ਯੁੱਗ ਵਿੱਚ ਤੁਸੀਂ ਵੇਖੋ, ਸਟੇਟਾਂ ਦੀਆਂ ਫੌਜਾਂ ਲੜਦੀਆਂ ਨੇ, ਕਿੰਨੇ ਕਿੰਨੇ ਜ਼ੁਲਮ ਹੁੰਦੇ ਸਾਨੂੰ ਪਤਾ ਹੀ ਨਹੀਂ ਲੱਗਦਾ, ਕਿਉਂਕਿ ਜਿਹੜੀ ਜੇਤੂ ਧਿਰ ਹੈ ਮੀਡੀਆ ਵੀ ਉਹਦਾ, ਖਬਰ ਵੀ ਉਹਦੀ ਹੈ, ਅਤੇ ਖਬਰਾਂ ਐਨ ਪਾਲਿਸ਼ ਹੋ ਕੇ, ਕੱਟ ਵੱਢ ਹੋ ਕੇ, ਬੋਗਸ ਬਣ ਕੇ ਤੁਹਾਡੇ ਕੋਲ ਆਉਂਦੀਆਂ ਨੇ। ਸਾਡੇ ਸਾਹਮਣੇ ਜਿਹੜਾ ਟੀਵੀ ਲੱਗਾ ਹੁੰਦਾ ਹੈ ਨਾ, ਮੈਂ ਇੱਕ ਵਿਦਵਾਨ ਵਿਚਾਰਵਾਨ ਦਾ ਪੜ੍ਹਿਆ, ਕਹਿੰਦਾ ਨਿਊਜ਼ ਚੈਨਲ ਕਚਰੇ ਦਾ ਡੱਬਾ ਹੈ। ਕੂੜਾ ਤੁਹਾਨੂੰ ਦਿੱਤਾ ਜਾਂਦਾ, ਤੁਸੀਂ ਉਹਦੇ 'ਚੋਂ ਚੁਣਨਾ ਹੁੰਦਾ ਵੀ ਕਿੰਨਾ, ਕੂੜੇ 'ਚੋਂ ਵੀ ਕਿਹੜਾ ਕੂੜਾ ਸਹੀ ਹੈ। ਜਿੱਥੇ ਗੱਲ ਵਾਪਰੀ ਕੁਝ ਵਾਪਰੀ, ਤੁਹਾਡੇ ਕੰਨਾਂ ਤੱਕ ਪਹੁੰਚੀ ਤੇ ਕੁਝ ਪਹੁੰਚੀ। ਅਫਵਾਹਾਂ ਕੱਲੀਆਂ ਆਮ ਲੋਕ ਹੀ ਨਹੀਂ ਫੈਲਾਉਂਦੇ, ਮੀਡੀਆ ਤੇ ਖਬਰ ਨਵੀਸ ਵੀ ਫੈਲਾਉਂਦੇ ਨੇ, ਕਿਉਂਕਿ ਖਬਰ ਤਾਂ ਸਰਕਾਰ ਦੇ ਟੇਬਲ ਤੋਂ ਹੋ ਕੇ ਆਉਣੀ ਹੁੰਦੀ ਹੈ ਨਾ। ਹੁਣ ਖਿਆਲ ਵਿੱਚ ਰੱਖਣਾ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਯੋਧੇ ਨੇ, ਵੱਡੇ ਗੁਰ ਭਾਰੀ ਨੇ, ਦਲ ਭੰਜਨ ਨੇ, ਇਹ ਸ਼ਬਦ ਵਰਤੇ। ਪਰ ਜਿਹੜਾ ਅਗਲਾ ਸ਼ਬਦ ਵਰਤਿਆ ਵੀ ਉਹ ਪਰਉਪਕਾਰੀ ਵੀ ਨੇ। ਉਹਨਾਂ ਦੀ ਸੂਰਮਤਾਈ ਧਰਮ ਦਾ ਉਲੰਘਣ ਨਹੀਂ ਕਰਦੇ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਿਹੜੀ ਫੌਜ ਗਠਨ ਕੀਤੀ ਨਾ, ਉਸ ਫੌਜ ਨੂੰ ਸਤਿਗੁਰੂ ਨੇ 7 ਅਸੂਲਾਂ ਦੀ ਪਾਬੰਦੀ ਵਿੱਚ ਬੰਨ੍ਹਿਆ ਵੀ ਤੁਹਾਡੀ ਤਲਵਾਰ ਬੱਚੇ ਉੱਤੇ, ਬਜ਼ੁਰਗ ਉੱਤੇ, ਔਰਤ ਉੱਤੇ, ਜ਼ਖਮੀ ਉੱਤੇ, ਸ਼ਰਨ ਆਏ ਉੱਤੇ, ਬਿਮਾਰ ਉੱਤੇ ਤੇ ਮੈਦਾਨ ਛੱਡ ਕੇ ਭੱਜ ਕੇ ਜਾ ਚੁੱਕੇ ਬੰਦੇ ਉੱਤੇ ਨਹੀਂ ਚੱਲਣੀ ਚਾਹੀਦੀ। ਦੁਨੀਆ ਵਿੱਚ ਕਿਤਨੇ ਲੋਕ ਹੋਏ ਜਿਨ੍ਹਾਂ ਨੇ ਤਲਵਾਰ ਚਲਾਉਣ ਦੀ ਖੁੱਲ੍ਹ ਵੀ ਦਿੱਤੀ ਤੇ ਉਸ ਖੁੱਲ੍ਹ ਤੇ ਪਾਬੰਦੀ ਵੀ ਲਾਈ ਵੀ ਇਹ ਤਲਵਾਰ ਇਸ ਕਰਕੇ ਨਹੀਂ ਵੀ ਤੁਸੀਂ ਜਿਹਦਾ ਮਰਜ਼ੀ ਲਹੂ ਡੋਲਦੇ ਜਾਓ, ਤੁਸੀਂ ਬਹਾਦਰ ਹੋ, ਤਾਕਤਵਰ ਹੋ। ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਇਸ ਚੀਜ਼ ਦੀ ਵਰਤੋਂ ਜਿਹੜੀ ਹੈ ਇਵੇਂ ਕਰਦੇ ਜਾਓ ਵੀ ਦੂਸਰੇ ਮਨੁੱਖ ਨੂੰ ਮਨੁੱਖ ਹੀ ਨਾ ਸਮਝੋ। ਨਹੀਂ, ਉਹਨਾਂ ਦੇ ਹੱਕਾਂ ਦੀ ਵੀ ਰਾਖੀ ਕਰਨਾ ਤੁਹਾਡਾ ਫਰਜ਼ ਹੈ। ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇੱਕ ਵੀ ਜੰਗ ਐਸੀ ਨਹੀਂ ਲੜੀ ਜਿੱਥੇ ਮਹਾਰਾਜ ਆਪ ਹਮਲਾਵਰ ਹੋ ਕੇ ਗਏ ਹੋਣ। ਨਹੀਂ, ਕੋਈ ਚੜ੍ਹ ਕੇ ਆਇਆ ਹੈ, ਕੋਈ ਫੌਜ ਲੈ ਕੇ ਆਇਆ ਤੇ ਆਪਣੀ ਆਤਮ ਰੱਖਿਆ ਲਈ ਤਲਵਾਰ ਸਤਿਗੁਰੂ ਮਹਾਰਾਜ ਨੇ ਵਰਤੀ ਹੈ। ਕਿਸੇ ਉੱਤੇ ਵੀ ਹਮਲਾ ਨਹੀਂ ਕੀਤਾ। ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਇਸੇ ਕਰਕੇ ਭਾਈ ਗੁਰਦਾਸ ਜੀ ਨੇ ਪਰਉਪਕਾਰੀ ਕਿਹਾ ਹੈ। ਪੈਂਦੇ ਖਾਨ ਦੀ ਇੱਕ ਉਦਾਹਰਣ ਸਾਡੇ ਸਾਹਮਣੇ ਹੈ। ਕਰਤਾਰਪੁਰ ਦੀ ਜੰਗ ਵਿੱਚ ਪੈਂਦੇ ਖਾਨ ਮਾਰਿਆ ਗਿਆ ਸੀ। ਉਹ ਇੱਕ ਪਠਾਨ ਦਾ ਬੱਚਾ ਸੀ, ਬਚਪਨ ਤੋਂ ਅਨਾਥ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਬਾਰ ਵਿੱਚ ਉਸ ਦਾ ਮਾਮਾ ਕਾਲੇ ਖਾਂ ਉਸ ਨੂੰ ਛੱਡ ਗਿਆ ਵੀ ਮੇਰੀ ਇੰਨੀ ਸਮਰੱਥਾ ਨਹੀਂ, ਮੈਂ ਇਸ ਬੱਚੇ ਨੂੰ ਪਾਲ ਸਕਾਂ। ਮਹਾਰਾਜ ਤੁਸੀਂ ਜਿੱਥੇ ਇੰਨਿਆਂ ਦੀ ਮਦਦ ਕਰਦੇ ਹੋ, ਰਹਿਮ ਕਰੋ। ਪਾਤਸ਼ਾਹ ਨੇ ਆਖਿਆ ਠੀਕ ਹੈ। ਪਰ ਕਮਾਲ ਦੀ ਖੇਡ ਵੇਖੋ, ਅੱਜ ਤੇ ਲੋਕ ਪੈਨਸਲਾਂ ਕਾਪੀਆਂ ਦੇ ਕੇ ਹੀ ਲਿਖਾ ਲੈਂਦੇ ਨੇ ਵੀ ਤੂੰ ਆਪਣਾ ਧਰਮ ਛੱਡਿਆ ਤੇ ਸਾਡੇ ਧਰਮ 'ਚ ਸ਼ਾਮਲ। ਅੱਜ ਧਰਮ ਥੋੜ੍ਹਾ ਰਹਿ ਗਿਆ। ਅੱਜ ਧਾਰਮਿਕ ਆਗੂ ਵੀ ਵੋਟਾਂ ਬਣਾਉਣ ਦੇ ਚੱਕਰ 'ਚ ਨੇ। ਸਿਰਾਂ ਦੀ ਗਿਣਤੀ, ਉਹਨਾਂ ਨੂੰ ਪਤਾ ਹੈ ਵੀ ਅੱਜ ਵੋਟ ਰਾਜ ਹੈ ਤੇ ਵੋਟਾਂ ਲਈ ਸਿਰਾਂ ਦੀ ਗਿਣਤੀ ਚਾਹੀਦੀ। ਜਿਹੜੇ ਮਜ਼ਹਬ ਕੋਲ ਸਿਰਾਂ ਦੀ ਗਿਣਤੀ ਵੱਧ ਹੋਏਗੀ ਉਹਦੀ ਗੱਲ ਸੁਣਵਾਈ ਹੋ ਜਾਏਗੀ। ਅਸੀਂ ਤੇ ਇਹਨਾਂ ਗੱਲਾਂ ਤੋਂ ਬਹੁਤ ਅਵੇਸਲੇ ਰਹੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਸ ਪਠਾਨ ਦੇ ਬੱਚੇ ਨੂੰ ਪਾਲਿਆ,
ਪਾਇੰਦੇ ਖਾਨ ਉਸ ਦਾ ਨਾਂ ਸੀ। ਸੁਭਾਵਕ ਹੈ ਉਹ ਸਰੀਰਕ ਤੌਰ ਤੇ ਬੜਾ ਬਲੀ ਤੇ ਤਕੜਾ ਹੋ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਦੇ ਲਈ ਇੱਕ ਕਾਜ਼ੀ ਨਿਯਤ ਕੀਤਾ ਵੀ ਇਹਨੂੰ ਇਹਦੇ ਧਰਮ ਦੀ ਪੜ੍ਹਾਈ, ਇਹਦੇ ਧਰਮ ਦੀ ਸਿੱਖਿਆ, ਕੁਰਾਨ ਦਾ ਗਿਆਨ ਇਹਨੂੰ ਨਾਲ ਨਾਲ ਦਿੱਤਾ ਜਾਏ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਪ੍ਰਸ਼ਨ ਉੱਠਿਆ ਤੇ ਹੋਏਗਾ, ਮਹਾਰਾਜ ਰੋਟੀ ਤੁਸੀਂ ਦਿੰਦੇ ਹੋ, ਛੱਤ ਤੁਸੀਂ ਦਿੱਤੀ ਹੈ, ਇਹਨੂੰ ਰੁਲਣ ਤੋਂ ਬਚਾਇਆ ਤੁਸੀਂ, ਮਾਂ ਬਾਪ ਬਣ ਕੇ ਪਾਲ ਤੁਸੀਂ ਰਹੇ ਹੋ, ਫਿਰ ਇਹਨੂੰ ਗੁਰਬਾਣੀ ਕਿਉਂ ਨਾ ਪੜ੍ਹਾਈ ਜਾਏ, ਇਹਨੂੰ ਕੁਰਾਨ ਪੜ੍ਹਾਉਣ ਦੀ ਕੀ ਲੋੜ ਹੈ। ਸਤਿਗੁਰੂ ਨੇ ਆਖਿਆ ਨਹੀਂ, ਕੱਲ੍ਹ ਨੂੰ ਇਹ ਵੱਡਾ ਹੋ ਕੇ ਇਹ ਨਾ ਆਖੇ ਵੀ ਮੇਰਾ ਪਾਲਣ ਪੋਸ਼ਣ ਕਰਨ ਲਈ ਮੇਰੀ ਕਮਜ਼ੋਰੀ ਦਾ ਫਾਇਦਾ ਉਠਾਉਂਦਿਆਂ ਮੈਨੂੰ ਆਪਣੇ ਮਜ਼ਹਬ 'ਚ ਸ਼ਾਮਲ ਕਰ ਲਿਆ ਗਿਆ। ਮੈਂ ਆਪਣੀ ਚੋਇਸ ਨਾਲ, ਆਪਣੀ ਮਰਜ਼ੀ ਨਾਲ ਸਿੱਖ ਨਹੀਂ ਬਣਿਆ, ਮੇਰੀਆਂ ਮਜਬੂਰੀਆਂ ਨੇ ਮੈਨੂੰ ਸਿੱਖ ਬਣਾਇਆ। ਕੱਲ੍ਹ ਨੂੰ ਐਸਾ ਬੋਲਣਾ ਸਾਹਮਣੇ ਆਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਦੀ ਪਰਵਰਿਸ਼ ਉਹਦੇ ਅਕੀਦੇ ਮੁਤਾਬਕ ਕੀਤੀ। ਉਹ ਵੀ ਵਕਤ ਆਇਆ ਜਦੋਂ ਆਪਣੇ ਅਹਿਸਾਨ ਗੁਰੂ ਮਹਾਰਾਜ ਦੇ ਭੁੱਲ ਕੇ ਸਤਿਗੁਰੂ ਦੇ ਸਾਹਮਣੇ ਆ ਖੜਾ। ਉਹਦੇ ਪਿੱਛੇ ਬੜੀਆਂ ਵੱਡੀਆਂ ਘਟਨਾਵਾਂ ਨੇ। ਸਤਿਗੁਰੂ ਦੇ ਸਾਹਮਣੇ ਆ ਕੇ ਖਲੋਂਦਾ ਤੇ ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਉਸ ਨੂੰ ਲਲਕਾਰਦੇ ਨੇ, ਆਖਿਆ ਪੈਂਦੇ ਖਾਂ ਹੁਣ ਜੇ ਇਸ ਮੁਕਾਮ ਤੇ ਆਪਾਂ ਆਈ ਗਏ ਹਾਂ, ਇਦੋਂ ਵੱਡੀ ਤੇ ਅਗੇਰੇ ਕਾਂ ਕੋਈ ਗੱਲ ਹੋ ਨਹੀਂ ਸਕਦੀ। ਉਸ ਫੌਜ ਨਾਲ ਤੂੰ ਹਮਰਕਾਬ ਹੋ ਕੇ ਆਇਆ ਜਿਹੜੀ ਸਾਨੂੰ ਮਿਟਾਉਣਾ ਚਾਹੁੰਦੀ ਏ, ਤੇ ਉਹਨਾਂ ਦਾ ਤੂੰ ਇਸ ਵੇਲੇ ਖਾਸ ਸਿਪਾਹ ਸਲਾਰ ਹੈ, ਤੇ ਇਦੋਂ ਵੀ ਅੱਗੇ 4 ਕਦਮ ਵੱਧ ਕੇ ਤੂੰ ਹੁਣ ਮੇਰੇ ਸਾਹਮਣੇ ਤਲਵਾਰ ਸੂਤ ਕੇ ਖੜਾ ਹੈ। ਮੈਂ ਪਹਿਲ ਨਹੀਂ ਕਰਾਂਗਾ, ਪਹਿਲ ਦਾ ਮੌਕਾ ਤੈਨੂੰ ਦੇਣਾ। 3 ਵਾਰ ਪੈਂਦੇ ਖਾਨ ਨੇ ਕੀਤੇ। ਹਜ਼ੂਰ ਮਹਾਰਾਜ ਨੇ ਤਿੰਨੇ ਹੀ ਝੱਲੇ ਔਰ ਰੋਕੇ। ਸਤਿਗੁਰੂ ਨੇ ਆਪਣੇ ਢਾਲੇ ਦਾ ਵਾਰ ਉਹਦੇ ਮੱਥੇ ਦੇ ਉੱਤੇ ਕੀਤਾ, ਗਸ਼ ਖਾ ਕੇ ਉਹ ਜ਼ਮੀਨ ਤੇ ਡਿੱਗਦਾ ਹੈ। 6ਵੇਂ ਪਾਤਸ਼ਾਹ ਮਹਾਰਾਜ ਆਪਣੇ ਘੋੜੇ ਤੋਂ ਉਤਰਦੇ ਨੇ, ਢਾਲ ਦੀ ਛਾਂ ਉਹਦੇ ਚਿਹਰੇ ਤੇ ਕਰਕੇ ਉਹਦਾ ਸਿਰ ਆਪਣੀ ਗੋਦ 'ਚ ਰੱਖ ਲੈਂਦੇ। ਮਰਦਾ ਬੰਦਾ ਹਾਏ ਮਾਂ ਹੀ ਕਹਿੰਦਾ ਹੈ, ਹਾਏ ਅੰਮਾ ਹੀ ਕਹਿੰਦਾ ਹੈ। ਜਦੋਂ ਉਸ ਦੇ ਅੰਦਰ ਦੀਆਂ ਪੀੜਾਂ ਇਕੱਠੀਆਂ ਹੋ ਜਾਂਦੀਆਂ ਨੇ ਤੇ ਉਹ ਆਪਣੇ ਜੰਮਣ ਵਾਲਿਆਂ ਨੂੰ ਯਾਦ ਕਰਦਾ ਹੈ। ਮੇਰੇ ਹਜ਼ੂਰ ਨੇ ਆਖਿਆ, ਪੈਂਦੇ ਖਾਂ ਮੈਂ ਚਾਹੁੰਦਾ ਨਹੀਂ ਸਾਂ ਇਹ ਵਕਤ ਆਉਂਦਾ, ਪਰ ਤੇਰੀਆਂ ਅਹਿਸਾਨ ਫਰਾਮੋਸ਼ੀਆਂ ਤੇ ਕਾਹਲੀਆਂ ਨੇ, ਤੇਰੀ ਅਗਿਆਨਤਾ ਨੇ ਵਕਤ ਤੇਰੇ ਉੱਤੇ ਲੈ ਆਂਦਾ। ਹੁਣ ਹਾਏ ਅੰਮਾ ਨਹੀਂ, ਹਾਏ ਅੱਲਾ ਕਹਿਣ ਦਾ ਵਕਤ ਹੈ। ਆਪਣੇ ਅਕੀਦੇ ਮੁਤਾਬਕ ਕਲਮਾ ਪੜ੍ਹ ਤੇ ਇਸ ਜਹਾਨ ਤੋਂ ਰੁਖਸਤੀ ਦਾ ਰਾਹ ਲੈ। ਹੁਣ ਕੁਝ ਨਹੀਂ ਹੋ ਸਕਦਾ। ਟੁੱਟਦੇ ਸਾਹਾਂ ਨਾਲ ਪੈਂਦੇ ਖਾਂ ਨੇ ਇੰਨਾ ਹੀ ਕਿਹਾ, ਮਹਾਰਾਜ ਮੈਂ ਬੜਾ ਭੁੱਲੜ ਸਾਂ, ਇਹ ਮੇਰੀ ਅਗਿਆਨਤਾ ਹੈ, ਤੁਸੀਂ ਫਿਰ ਵੀ ਬੜੀ ਰਹਿਮ ਕੀਤਾ, ਬੜੀ ਕਿਰਪਾਲਤਾ ਮੇਰੇ ਉੱਤੇ ਕੀਤੀ। ਹੁਣ ਕਲਮੇ ਕਾਹਨੂੰ ਪੜ੍ਹਨੇ ਨੇ? ਕਲਮਾ ਮੁਸਲਮਾਨ ਕਿਉਂ ਪੜ੍ਹਦਾ ਭਲਾ? ਬਹਿਸ਼ਤ ਦਾ ਰਾਹ ਖੁੱਲ੍ਹ ਜਾਏ। ਮਹਾਰਾਜ ਤੁਹਾਡੇ ਮੁਬਾਰਕ ਬਚਨ ਮੇਰੇ ਲਈ ਕਲਮਾ ਨੇ, ਤੇ ਤੁਹਾਡੀ ਮੁਬਾਰਕ ਗੋਦ ਮੈਨੂੰ ਮਿਲ ਗਈ, ਹਜ਼ੂਰੀ ਮਿਲ ਗਈ ਆਖਰੀ ਦਮ ਉੱਤੇ, ਇਹੀ ਮੇਰਾ ਬਹਿਸ਼ਤ ਹੈ। ਕੋਈ ਮੰਨੇ ਨਾ ਮੰਨੇ, ਮੇਰਾ ਇਹ ਆਪਣਾ ਖਿਆਲ ਹੈ ਵੀ ਪੈਂਦੇ ਖਾਂ ਸਿੱਖ ਹੋ ਕੇ ਮਰਿਆ। ਸਿੱਖ ਦਾ ਅਕੀਦਾ ਜਦੋਂ ਇਹ ਬਣ ਜਾਏ ਨਾ ਵੀ ਗੁਰੂ ਦਾ ਬੋਲ ਹੀ ਮੇਰੇ ਲਈ ਦੁਨੀਆ ਦਾ ਸਭ ਤੋਂ ਉੱਤਮ ਕਲਮਾ ਹੈ, ਮੰਤਰ ਹੈ, ਉਪਦੇਸ਼ ਹੈ, ਬਚਨ ਹੈ, ਤੇ ਸਤਿਗੁਰੂ ਦੀ ਨੇੜਤਾ ਦਾ ਨੇਕੀ ਮੇਰੇ ਲਈ ਸਵਰਗ ਹੈ, ਉਦੋਂ ਸਿੱਖ ਸਾਰੇ ਮਜ਼ਹਬਾਂ ਦੀ ਪਾਬੰਦੀ ਤੋਂ ਮੁਕਤ ਹੋ ਜਾਂਦਾ। ਉਹਦੇ ਲਈ ਕੋਈ ਚੀਜ਼ ਬਾਕੀ ਨਹੀਂ ਰਹਿ ਜਾਂਦੀ। ਮੇਰੇ ਹਜ਼ੂਰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇੱਕ ਪਲ, ਇੱਕ ਘੜੀ ਉਹਨਾਂ ਨੇ ਆਪਣੇ ਜੀਵਨ ਵਿੱਚ, ਜੰਗ ਉਹਨਾਂ ਦੀ ਕਦੇ ਪਹਿਲ ਨਹੀਂ ਰਹੀ, ਚੇਤੇ 'ਚ ਰੱਖਿਓ। ਜੰਗ ਉਹਨਾਂ ਦਾ ਅਖੀਰੀ ਕਰਮ ਰਿਹਾ। ਜੰਗ ਉਹ ਲੜਨ ਨਹੀਂ ਗਏ। ਜੰਗਾਂ ਦੇ ਮਾਹੌਲ ਵਿੱਚ ਜਦੋਂ ਉਹਨਾਂ ਤੇ ਕੋਈ ਹਮਲਾਵਰ ਹੋ ਕੇ ਆਉਂਦਾ ਰਿਹਾ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੀ ਤਲਵਾਰ ਨੂੰ ਢਾਲ ਵਾਂਗ ਵਰਤਿਆ। ਉਹਨਾਂ ਤਾਂ ਇੱਥੋਂ ਤੱਕ ਵੀ ਅੰਮ੍ਰਿਤਸਰ ਦੀ ਜਗ੍ਹਾ ਛੱਡ ਕੇ ਮਹਾਰਾਜ ਕੀਰਤਪੁਰ ਪਹਾੜਾਂ ਦੀ ਗੋਦ ਵਿੱਚ ਚਲੇ ਗਏ ਵੀ ਬਾਰ-ਬਾਰ ਐਸੇ ਲੋਕ ਜਿਹੜੇ ਸਰਕਾਰੀ ਸਾਜ਼ਿਸ਼ਾਂ ਦੇ ਸ਼ਿਕਾਰ ਜਾਂ ਸਰਕਾਰੀ ਧਿਰ ਵੱਲੋਂ ਹਮਲਾਵਰ ਹੁੰਦੇ ਨੇ, ਇਹਨਾਂ ਜੰਗਾਂ ਨੂੰ ਟਾਲ ਲਿਆ ਜਾਏ। ਐਸੇ ਸਤਿਗੁਰੂ ਮਹਾਰਾਜ ਜਿਨ੍ਹਾਂ ਦੀ ਬਹਾਦਰੀ, ਜਿਨ੍ਹਾਂ ਦਾ ਦਲ ਭੰਜਨ ਸੁਭਾਅ, ਜਿਨ੍ਹਾਂ ਦੀ ਸੂਰਮਤਾਈ ਤੇ ਕਿਸੇ ਨੂੰ ਕੋਈ ਸ਼ੱਕ ਜਾਂ ਸੰਸਾ ਨਹੀਂ, ਮਹਾਰਾਜ ਆਪਣੀ ਤਲਵਾਰ ਔਰ ਆਪਣੀ ਸੂਰਮਤਾਈ ਨੂੰ ਧਰਮ ਦੀਆਂ ਹੱਦਾਂ ਵਿੱਚ ਬੰਨ੍ਹ ਕੇ ਰੱਖਦੇ ਨੇ। ਔਰ ਉਹਨਾਂ ਨੇ ਐਸੇ ਯੋਧੇ ਤਾਰੀਖ ਵਿੱਚ ਪੈਦਾ ਕਰ ਦਿੱਤੇ ਜਿਨ੍ਹਾਂ ਦੀਆਂ ਨਸਲਾਂ ਨੇ ਅਗੇਰੇ ਆਉਣ ਵਾਲੇ ਇਤਿਹਾਸ ਵਿੱਚ ਕੁਰਬਾਨੀਆਂ ਦੀ ਉਹ ਮਿਸਾਲ ਪੈਦਾ ਕੀਤੀ। ਮੈਦਾਨੇ ਜੰਗਾਂ ਵਿੱਚ ਜੂਝ ਕੇ ਉਹਨਾਂ ਨੇ ਉਹ ਤਾਰੀਖ ਸਿਰਜੀ ਜਿਨ੍ਹਾਂ ਦੇ ਉੱਤੇ ਅੱਜ ਅਸੀਂ ਇਤਿਹਾਸ ਦੇ ਪੰਨਿਆਂ ਨੂੰ ਫਰੋਲਦੇ ਹਾਂ, ਗੌਰਵ ਕਰਦੇ ਹਾਂ, ਮਾਣ ਕਰਦੇ ਹਾਂ। ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ
ਐਸਾ ਪਰਉਪਕਾਰੀ ਜੀਵਨ ਹੈ ਜਿਨ੍ਹਾਂ ਦਾ ਆਪਾਂ ਗੁਰਤਾ ਗੱਦੀ ਪੁਰਬ ਮਨਾ ਰਹੇ ਹਾਂ। ਅਗਲੇਰੇ ਦੀਵਾਨ ਵਿੱਚ ਆਪਾਂ ਸਤਿਗੁਰੂ ਮਹਾਰਾਜ ਦੇ ਜੀਵਨ ਦੇ ਹੋਰ ਪਹਿਲੂਆਂ ਨੂੰ ਵਿਚਾਰਨ ਦਾ ਯਤਨ ਤੇ ਕੋਸ਼ਿਸ਼ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਮਹਾਰਾਜ ਖਿਮਾ ਬਖਸ਼ਿਸ਼ ਕਰਨ। ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।